Hello everyone, welcome to the online classes Government Senior Secondary Smart School Kulariyan। लास्ट सैशन ਦੇ ਵਿੱਚ ਆਪਾਂ ਨੇ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਤੇ ਰੂਲ ਰੈਗੂਲੇਸ਼ਨ ਲੈ ਕੇ ਚੇਂਜ ਦਾ ਵੌਇਸ ਕੀਤਾ ਸੀ। ਅੱਜ ਅਸੀਂ ਉਸੇ ਦੀ ਕੰਟੀਨਿਊਟੀ ਦੇ ਵਿੱਚ ਨੈਕਸਟ ਜੋ ਟੈਂਸ ਹੈਗਾ ਪਾਸਟ ਇੰਡੈਫੀਨਿਟ ਟੈਂਸ ਉਸ ਨੂੰ ਲੈ ਕੇ ਉਸੇ ਰੂਲ ਰੈਗੂਲੇਸ਼ਨ ਨੂੰ ਲੈ ਕੇ ਅਸੀਂ ਡਿਸਕਸ ਕਰਦੇ ਹਾਂ। ਬੇਸਿਕ ਜੋ ਰੂਲ ਨੇ ਉਹ ਸੇਮ ਰਹਿਣਗੇ, ਉਹਨਾਂ ਨੂੰ ਅਸੀਂ ਰੀਫਰੈਸ਼ ਕਰਾਂਗੇ ਇੱਕ ਤਰ੍ਹਾਂ ਦਾ। ਇਹਦੇ ਰੂਲ ਅਸੀਂ ਨਵੇਂ ਸਿੱਖਾਂਗੇ ਤੇ ਸਾਡਾ ਮੈਥਡ ਉਹੀ ਰਹੇਗਾ ਕਿ 3 ਟਾਈਪਸ ਦੇ ਸੈਂਟੈਂਸਸ ਨੂੰ ਲੈ ਕੇ ਪੋਜ਼ਿਟਿਵ, ਨੈਗੇਟਿਵ ਐਂਡ ਇੰਟਰੋਗੇਟਿਵ ਸੈਂਟੈਂਸਸ ਨੂੰ। ਤੇ ਉਹ ਬੇਸਿਕ ਰੂਲ ਅਸੀਂ ਨੇ ਕੀ ਕੀਤਾ ਸੀ ਕਿ ਆਲ ਪੈਸਿਵ ਵੌਇਸ ਦੇ ਵਿੱਚ ਅਸੀਂ ਆਲਵੇਜ਼ ਵਰਬ ਦੀ ਥਰਡ ਫਾਰਮ ਯੂਜ਼ ਕਰਦੇ ਹਾਂ। ਸੋ ਇਸ ਨੂੰ ਨਹੀਂ ਭੁੱਲਣਾ ਆਪਾਂ ਨੇ। ਤੇ ਇੱਕ ਆਪਾਂ ਸਬਜੈਕਟ ਨੂੰ ਆਬਜੈਕਟ ਤੇ ਆਬਜੈਕਟ ਨੂੰ ਸਬਜੈਕਟ ਦੇ ਵਿੱਚ ਚੇਂਜ ਕਰਦੇ ਹਾਂ, ਉਹ ਵੀ ਸਾਡਾ ਬੇਸਿਕ ਹੈ। ਮੈਂ ਤੁਹਾਡੇ ਕੋਲ ਇੱਥੇ 4 ਐਗਜ਼ਾਮਪਲਸ ਲੈਤੀਆਂ ਨੇ। ਫਸਟ ਐਗਜ਼ਾਮਪਲ ਮੇਰੀ ਪੋਜ਼ਿਟਿਵ ਸੈਂਟੈਂਸ ਦੀ ਹੈ, ਸੈਕੰਡ ਨੈਗੇਟਿਵ ਸੈਂਟੈਂਸ ਦੀ ਹੈ, ਥਰਡ ਮੇਰੇ ਕੋਲੇ ਇੰਟਰੋਗੇਟਿਵ ਸੈਂਟੈਂਸ ਵਿਦ ਹੈਲਪਿੰਗ ਵਰਬ ਨਾਲ ਸਟਾਰਟ ਹੋਇਆ ਜਿਹੜਾ, ਤੇ ਫੋਰਥ ਮੇਰੇ ਕੋਲੇ ਜੋ ਡਬਲਯੂ ਫੈਮਿਲੀ ਨਾਲ ਸਟਾਰਟ ਹੋਇਆ ਹੈ ਇੰਟਰੋਗੇਟਿਵ ਸੈਂਟੈਂਸ ਉਸ ਦੀ ਹੈ। ਓਕੇ, ਅਸੀਂ 4 ਸਟੈਪਸ ਜਿਹੜਾ ਰੂਲ ਫੋਲੋ ਕੀਤਾ ਸੀ ਉਸ ਨੂੰ ਅੱਜ ਵੀ ਫੋਲੋ ਕਰਕੇ ਰੱਖਾਂਗੇ। ਬਟ ਮੈਂ ਇਸ ਤੋਂ ਪਹਿਲਾਂ ਕਿ ਮੈਂ ਆਪਣੀ ਜਿਹੜੀ ਗੱਲਬਾਤ ਹੈਗੀ ਉਹ ਤੁਹਾਡੇ ਨਾਲ ਕਰਾਂ, ਮੈਂ ਤੁਹਾਨੂੰ ਇੱਕ ਰਿਕੁਐਸਟ ਕਰਦਾ ਕਿ ਜੇਕਰ ਤੁਸੀਂ ਹੋਰ ਵੀ ਜ਼ਿਆਦਾ ਵਧੀਆ ਕਰਨਾ ਤਾਂ ਨੋਟਬੁੱਕ ਤੇ ਪੈਨ ਆਪਣੇ ਨਾਲ ਲੈ ਕੇ ਰੱਖੋ। ਇੱਕ ਤੁਸੀਂ ਜੋ ਕੁਝ ਵੀ ਤੁਸੀਂ ਇੱਥੇ ਦੇਖਦੇ ਹੋ ਤੁਹਾਨੂੰ ਚੰਗਾ ਲੱਗਦਾ ਹੈ ਤੁਸੀਂ ਉਸ ਨੂੰ ਕਮੈਂਟ ਬਾਕਸ ਵਿੱਚ ਜਾ ਕੇ ਆਪਣੇ ਕਮੈਂਟ ਵੀ ਜ਼ਰੂਰ ਭੇਜੋ। ਜੇ ਚੰਗਾ ਲੱਗਦਾ ਤਾਂ ਚੰਗੇ ਕਮੈਂਟ ਦਿਓ, ਜੇਕਰ ਕੋਈ ਕਮੀ ਪੇਸ਼ੀ ਲੱਗਦੀ ਹੈ ਤਾਂ ਜੇ ਤੁਹਾਡੀ ਕੋਈ ਕੁਆਰੀ ਹੈ ਤਾਂ ਤੁਸੀਂ ਉਹ ਵੀ ਪੁੱਛ ਸਕਦੇ ਹੋ, ਤਾਂ ਉਸ ਦੇ ਬਾਰੇ ਵਿੱਚ ਵੀ ਆਪਾਂ ਤੁਹਾਨੂੰ ਗਾਈਡ ਕਰ ਸਕਦੇ ਹਾਂ, ਦੱਸ ਸਕਦੇ ਹਾਂ। ਸੋ ਇਹ ਗੱਲ ਵੀ ਨਹੀਂ ਭੁੱਲਣੀ ਤੁਸੀਂ ਨੇ ਜ਼ਰੂਰ। ਹੁਣ ਆਪਾਂ ਗੱਲ ਕਰਦੇ ਹਾਂ ਫਸਟ ਆਫ ਆਲ 4 ਸਟੈਪਸ ਪਹਿਲੇ ਸੈਂਟੈਂਸ ਦੀ। ਪਹਿਲੇ ਸੈਂਟੈਂਸ ਤੋਂ ਪਹਿਲਾਂ ਮੈਂ ਜਾਣੀ ਕਿ ਨੈਟ ਸ਼ੈਲ ਜੋ ਪਾਸਟ ਇੰਡੈਫੀਨਿਟ ਟੈਂਸ ਹੈ ਉਸ ਦੀ ਪਹਿਚਾਣ ਕੀ ਹੈ, ਕਿਉਂਕਿ ਮੈਂ ਤੁਹਾਡੇ ਨਾਲ ਐਗਰੀਮੈਂਟ ਕੀਤਾ ਸੀ ਕਿ ਨਾਲ ਨਾਲ ਤੁਹਾਨੂੰ ਮੈਂ ਟੈਂਸ ਵੀ ਰਿਵਾਈਜ਼ ਕਰਵਾਵਾਂਗਾ। ਉਹਦੇ ਵਿੱਚ ਮੈਂ ਲਿਖਿਆ ਹੈਲਪਿੰਗ ਵਰਬ ਨੋ, ਇਟ ਮੀਨਸ ਨੋ ਹੈਲਪਿੰਗ ਵਰਬ, ਉਸ ਦੇ ਵਿੱਚ ਕੋਈ ਹੈਲਪਿੰਗ ਵਰਬ ਨਹੀਂ ਲੱਗਦਾ। ਫਿਰ ਮੈਂ ਲਿਖਿਆ V2 ਮੀਨਸ ਆਲਵੇਜ਼ ਸੈਕੰਡ ਫਾਰਮ ਆਫ ਵਰਬ ਲੱਗਦੀ ਉਸ ਦੇ ਵਿੱਚ। ਓਕੇ, ਤੇ ਇਸ ਦੇ ਵਿੱਚ ਜੋ ਚੇਂਜ ਦਾ ਵੌਇਸ ਜਦੋਂ ਅਸੀਂ ਐਕਟਿਵ ਪੈਸਿਵ ਕਰਦੇ ਹਾਂ, ਚੇਂਜ ਦਾ ਵੌਇਸ ਕਰਦੇ ਹਾਂ, ਤਾਂ ਉਸ ਸਮੇਂ ਜੋ ਰੂਲ ਲੱਗਦਾ ਹੈ ਉਹ ਹੈਗਾ ਬਈ ਹੈਲਪਿੰਗ ਵਰਬ ਬਾਜ਼ ਤੇ ਵਰ ਅਕੋਰਡਿੰਗ ਟੂ ਦਾ ਸਬਜੈਕਟ ਲੱਗਦੀ ਹੈ। ਓਕੇ, ਨਾਓ ਸਟਾਰਟ ਵਿਦ ਫਸਟ ਐਗਜ਼ਾਮਪਲਸ। ਯੂ ਟੋਲਡ ਆ ਲਾਈ, this is the affirmative sentence. In this sentence you is a subject, told is a verb and a lie is a object. Okay, ਅਸੀਂ 4 steps discuss ਕਰਦੇ ਹਾਂ, first, second, third ਤੇ fourth। first step ਦੇ ਵਿੱਚ ਅਸੀਂ ਨੇ ਇਸ ਨੂੰ ਦੇਖਣਾ ਹੈ, ਆਇਡੈਂਟੀਫਾਈ ਕਰਨਾ ਹੈ ਐਕਟਿਵ ਕੇ ਪੈਸਿਵ। ਮੈਂ ਤੁਹਾਨੂੰ ਦੱਸਿਆ ਸੀ ਬੇਸਿਕ ਰੂਲ ਕਿ ਅਸੀਂ ਰਿਵਰਸ ਚੱਲਾਂਗੇ। ਪੈਸਿਵ ਵੌਇਸ ਦੇ ਵਿੱਚ ਸਾਰਿਆਂ 'ਚ ਥਰਡ ਫਾਰਮ ਲੱਗਦੀ ਹੈ। ਅਸੀਂ ਦੇਖਾਂਗੇ ਕਿ ਇਹ ਪੈਸਿਵ ਦਾ ਸੈਂਟੈਂਸ ਤਾਂ ਨਹੀਂਗਾ। ਓਕੇ, ਇਸ ਦੇ ਵਿੱਚ ਵਰਬ ਦੀ ਕਿਹੜੀ ਫਾਰਮ ਲੱਗੀ ਹੈ ਬਈ ਸੈਕੰਡ ਫਾਰਮ। ਜਦੋਂ ਵਰਬ ਦੀ ਸੈਕੰਡ ਫਾਰਮ ਹੈ ਇਟ ਮੀਨਸ ਥਰਡ ਨਹੀਂ ਹੈ, ਜੋ ਥਰਡ ਨਹੀਂ ਹੈ ਇਟ ਮੀਨਸ ਇਹ ਪੈਸਿਵ ਵੌਇਸ ਕਿਸੇ ਕੀਮਤ ਦੇ ਉੱਤੇ ਨਹੀਂ ਹੋ ਸਕਦਾ। ਤਾਂ ਅਸੀਂ ਡਿਕਲੇਅਰ ਕਰਦੇ ਹਾਂ ਕਿ ਇਹ ਐਕਟਿਵ ਵੌਇਸ ਹੈ, ਤਾਂ ਅਸੀਂ ਇਸ ਨੂੰ ਐਕਟਿਵ ਨੂੰ ਪੈਸਿਵ ਵਿੱਚ ਬਦਲਣਾ ਹੈ। ਨੈਕਸਟ ਸੈਕੰਡ ਹੈਗਾ ਸਾਡੇ ਕੋਲੇ ਜੀ, ਅਸੀਂ ਕੀ ਦੇਖਣਾ ਹੈ ਕਿ ਇਸ ਸੈਂਟੈਂਸ ਦਾ ਟੈਂਸ ਕਿਹੜਾ ਹੈ। ਉਹ ਤੁਹਾਨੂੰ ਮੈਂ ਰੂਲ ਦੇ ਵਿੱਚ ਦੱਸਿਆ ਸੀ ਕਿ ਇਸ ਦੇ ਵਿੱਚ ਕੋਈ ਹੈਲਪਿੰਗ ਵਰਬ ਨਹੀਂ ਹੈ। ਹੈਲਪਿੰਗ ਵਰਬ ਮੈਂ ਪਹਿਲਾਂ ਵੀ ਰਿਵਾਈਜ਼ ਕੀਤਾ ਸੀ, ਇਜ਼, ਐਮ, ਆਰ, ਬਾਜ਼, ਬਰ, ਹੈਜ਼, ਹੈਵ, ਹੈਡ, ਵਿਲ, ਸ਼ੈਲ, ਕੈਨ, ਕੁਡ, ਵੁੱਡ, ਸ਼ੁੱਡ, ਮੇ, ਮਾਈਟ, ਮਸਟ ਐਟਸੈਟਰਾ, ਥੀਸ ਆਲ ਆਰ ਦਾ ਹੈਲਪਿੰਗ ਵਰਬਸ। ਕੋਈ ਹੈਲਪਿੰਗ ਵਰਬ ਨਹੀਂ ਇਸ ਦੇ ਵਿੱਚ, ਸੈਕੰਡ ਫਾਰਮ ਆਫ ਵਰਬ ਹੈ, ਇਟ ਮੀਨਸ ਇਹ ਪਾਸਟ ਇੰਡੈਫੀਨਿਟ ਟੈਂਸ ਹੈ। ਇੱਥੇ ਅਸੀਂ ਟੈਂਸ ਇਸ ਦਾ ਲਿਖ ਦਾਂਗੇ ਪਾਸਟ ਇੰਡੈਫੀਨਿਟ। ਓਕੇ, ਨੈਕਸਟ ਬਈ ਹੁਣ ਅਸੀਂ ਨੇ ਪਾਸਟ ਇੰਡੈਫੀਨਿਟ ਦੇ ਵਿੱਚ ਰੂਲ ਕੀ ਫੋਲੋ ਕਰਦੇ ਹਾਂ। ਜਦੋਂ ਅਸੀਂ ਨੇ ਪ੍ਰੈਜ਼ੈਂਟ ਇੰਡੈਫੀਨਿਟ ਕੀਤਾ ਸੀ ਉੱਥੇ ਅਸੀਂ ਇਜ਼, ਐਮ, ਆਰ। ਮੈਂ ਨਾ ਥੋੜ੍ਹਾ ਜਿਹਾ ਤੁਹਾਨੂੰ ਯਾਦ ਕਰਾਉਣ ਵਾਸਤੇ ਇੱਕ ਗੱਲ ਇੱਥੇ, ਇਹ ਆਪਣੇ ਇੱਕ ਮੇਰੇ ਰੂਲ ਨੇ ਬਣਾਏ ਹੋਏ। ਅਸੀਂ ਕਹਿ ਸਕਦੇ ਹਾਂ ਕਿ ਇਜ਼, ਐਮ, ਆਰ ਫਸਟ ਫਾਰਮ ਆਫ ਵਰਬ ਹੈ, ਉਹਦੀ ਸੈਕੰਡ ਫਾਰਮ ਆਫ ਵਰਬ ਕਿਹੜੀ ਹੈ ਪਾਸਟ ਤੇ ਵਰ, ਯਾਨੀ ਕਿ ਉਹ ਪ੍ਰੈਜ਼ੈਂਟ ਸੀ ਇਸ ਕਰਕੇ ਉੱਥੇ ਇਜ਼, ਐਮ, ਆਰ। ਇੱਥੇ ਅਸੀਂ ਪਾਸਟ ਇੰਡੈਫੀਨਿਟ ਦੀ ਗੱਲ ਕਰਦੇ ਹਾਂ ਇਸ ਕਰਕੇ ਇੱਥੇ ਆਟੋਮੈਟਿਕਲੀ ਉਸ ਦੀ ਸੈਕੰਡ ਫਾਰਮ ਜਾਨੀ ਕਿ ਬਾਜ਼ ਵਰ ਲੱਗੇਗਾ। ਤਾਂ ਇੱਥੇ ਹੈ ਬੇਸ਼ੱਕ ਹੀ ਹੈਲਪਿੰਗ ਵਰਬ ਹੈ, ਇੱਥੇ ਹੈਲਪਿੰਗ ਵਰਬ ਦੇ ਤੌਰ ਦੇ ਉੱਤੇ ਅਸੀਂ ਕੀ ਰੂਲ ਕੀ ਫੋਲੋ ਕਰਾਂਗੇ ਬਈ ਹੈਲਪਿੰਗ ਵਰਬ ਬਾਜ਼ ਐਂਡ ਵਰ।
ਨੈਕਸਟ ਬਈ ਇਸ ਦੇ ਵਿੱਚ ਹੁਣ ਅਸੀਂ ਨੇ ਦੇਖਣਾ ਹੈ ਕਿ ਸੈਂਟੈਂਸ ਦੀ ਫਾਰਮੇਸ਼ਨ, ਸਬਜੈਕਟ, ਹੈਲਪਿੰਗ ਵਰਬ, ਵਰਬ ਐਂਡ ਆਬਜੈਕਟ। ਓਕੇ, ਤਾਂ ਅਸੀਂ ਇਸ ਵਿੱਚ ਯੂ ਸਬਜੈਕਟ ਐਕਟਿਵ ਹੈ, ਇਸ ਕਰਕੇ ਐਕਟਿਵ ਹੈ। ਅਸੀਂ ਯੂ ਸਬਜੈਕਟ ਨੂੰ ਪੈਸਿਵ ਦੇ ਵਿੱਚ ਪੈਸਿਵ ਕਰ ਦਾਂਗੇ ਤਾਂ ਆਟੋਮੈਟਿਕਲੀ ਉਹ ਪੈਸਿਵ ਬਣ ਜਾਏਗਾ। ਆਬਜੈਕਟ ਪਹਿਲਾਂ ਅੱਗੇ ਆਏਗਾ ਕਿਉਂਕਿ ਸਬਜੈਕਟ ਟੂ ਆਬਜੈਕਟ, ਆਬਜੈਕਟ ਟੂ ਸਬਜੈਕਟ, ਅਲਾਈ ਹੁਣ ਸਿੰਗੂਲਰ ਹੈ, ਇਸ ਕਰਕੇ ਬਾਸ ਜਾਂ ਵਰ ਦੇ ਵਿੱਚੋਂ ਕੀ ਲੱਗੇਗਾ? ਬਾਸ। ਅਲਾਈ, ਬਾਸ, told, third form of verb, by you ਕਨਵਰਟ ਹੋ ਕੇ ਯੂ ਹੀ ਰਹਿ ਜਾਂਦਾ ਹੈ। ਸੋ ਇਸ ਕਰਕੇ ਤੁਸੀਂ ਇਸ ਦੇ ਬਾਰੇ ਵਿੱਚ ਵੀ ਡਿਸਕਸ ਕਰ ਸਕਦੇ ਹੋ, ਯੂ ਕਿਉਂ ਰਹਿ ਜਾਂਦਾ ਹੈ। ਮੈਂ ਇੱਥੇ ਡਿਸਕਸ ਕਰਨ ਦਾ ਮੇਰੇ ਕੋਲ ਕਿਉਂਕਿ ਟੌਪਿਕ ਨਹੀਂ ਹੈ। ਅਲਾਈ ਵਾਸ ਟੋਲਡ ਬਾਏ ਯੂ, ਉਹੀ ਯੂ ਜਿਹੜਾ ਉੱਥੇ ਐਕਟਿਵ ਸੀ, ਇੱਥੇ ਯੂ ਉਹ ਪੈਸਿਵ ਬਣ ਗਿਆ, ਇਸ ਕਰਕੇ ਇਹ ਪੈਸਿਵ ਵੌਇਸ ਬਣ ਗਿਆ। ਸੋ ਇਹ ਆਪਾਂ ਨੇ ਰੂਲ ਚਾਰੋਂ ਜਿਹੜੇ ਸਟੈਪ ਸੀ ਉਹ ਫੋਲੋ ਕਰ ਲਏ ਆਪਾਂ ਨੇ। ਨੈਕਸਟ ਵੀ ਦੇ ਡਿਡ ਨਾਟ ਕੈਚ ਦਾ ਬਰਡਸ, ਹੁਣ ਅਸੀਂ ਨੇ ਨੈਗੇਟਿਵ ਸੈਂਟੈਂਸ ਨੂੰ ਕੀਤਾ ਹੈ, ਇਹਦੇ ਵਿੱਚ ਫਿਰ ਅਸੀਂ ਚਾਰੋਂ ਰੂਲ ਫੋਲੋ ਕਰਦੇ ਹਾਂ। ਮੈਂ ਹੁਣ ਫਸਟ, ਸੈਕੰਡ, ਥਰਡ, ਫੋਰਥ ਉਸ ਤਰ੍ਹਾਂ ਨਹੀਂ ਲਿਖੂੰਗਾ। ਇਹਦੇ ਵਿੱਚ ਅਸੀਂ ਦੇਖਿਆ ਐਕਟਿਵ ਪੈਸਿਵ, ਕੈਚ ਫਸਟ ਫਾਰਮ ਹੈ, ਥਰਡ ਫਾਰਮ ਨਹੀਂ ਹੈ, ਇਟ ਮੀਨਸ ਐਕਟਿਵ ਹੈ, ਡਿਕਲੇਅਰ ਹੋ ਗਿਆ। ਅਸੀਂ ਐਕਟਿਵ ਤੋਂ ਪੈਸਿਵ ਬਣਾਵਾਂਗੇ, ਕਲੀਅਰ ਹੋ ਗਿਆ। ਨੈਕਸਟ ਵੀ ਇਹਦੇ ਵਿੱਚ ਪਾਸਟ ਇੰਡੈਫੀਨਿਟ ਹੈ ਕਿਵੇਂ? ਜਿਸ ਦੇ ਵਿੱਚ ਵੀ ਡਿਡ ਲੱਗਿਆ ਹੋਵੇ ਉਹ ਹਮੇਸ਼ਾ ਆਲਵੇਜ਼, ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀ ਕਿ ਡੂ ਤੇ ਡਜ਼ ਵਾਲਾ ਪ੍ਰੈਜ਼ੈਂਟ ਹੁੰਦਾ ਹੈ ਤੇ ਡਿਡ ਵਾਲਾ ਕਿਹੜਾ ਹੁੰਦਾ ਬਈ? ਪਾਸਟ ਇੰਡੈਫੀਨਿਟ ਹੁੰਦਾ ਹੈ। ਨੈਗੇਟਿਵ ਦੇ ਵਿੱਚ ਲੱਗਦਾ ਹੈ ਇਹ ਜਾਂ ਇੰਟੈਰੋਗੇਟਿਵ ਵਿੱਚ ਲੱਗਦਾ ਹੈ। ਸੋ ਇਸ ਕਰਕੇ ਇਹ ਪਾਸਟ ਇੰਡੈਫੀਨਿਟ ਹੈ, ਬਾਜ਼ਵਰ ਲੱਗੇਗਾ। ਤੇ ਹੁਣ ਆਓ ਅੱਗੇ, ਆਹ ਸਾਡੇ ਕੋਲ ਸਬਜੈਕਟ ਹੈ, ਆਹ ਸਾਡੇ ਕੋਲ ਬੱਚੋ ਇਹਦਾ ਵਰਬ ਹੈ, ਆਹ ਸਾਡੇ ਕੋਲ ਇਸਦਾ ਆਬਜੈਕਟ ਹੈ। ਤਾਂ ਅਸੀਂ ਦ ਬਰਡਸ ਅੱਗੇ ਆ ਗਿਆ। ਦ ਬਰਡ ਸਾਡੇ ਕੋਲੇ ਪਲੂਰਲ ਹੈ, ਪਲੂਰਲ ਦੇ ਵਿੱਚ ਕੀ ਲੱਗੇਗਾ? ਵਰ। ਫਿਰ ਹੁਣ ਬੱਚੋ ਇੱਕ ਗੱਲ ਧਿਆਨ ਰੱਖਣੀ ਹੈ, ਮੈਂ ਨੈਗੇਟਿਵ ਤਾਂ ਲੈਤਾ ਹੈ, ਕਈ ਬੱਚੇ ਕੀ ਲਿਖਣਗੇ ਇਸ ਨੂੰ? ਦ ਬਰਡਸ ਨॉट ਵਰ, ਦ ਬਰਡਸ ਨॉट ਵਰ। ਹੁਣ ਅਸੀਂ ਕੈਚ ਦੀ ਥਰਡ ਫਾਰਮ, ਕੈਚ, ਕੌਟ, ਕੌਟ, ਇਸ ਕਰਕੇ ਉੱਥੇ ਥਰਡ ਫਾਰਮ ਯੂਜ਼ ਕਰਾਂਗੇ ਅਸੀਂ। ਬਾਏ ਦੇ ਦਾ ਕੀ ਬਣ ਗਿਆ? ਦੈਮ। ਓਕੇ, ਜਿਹੜੀ ਤੁਹਾਡੀ ਬਾਕੀ ਤੁਹਾਡੀ ਕੋਈ ਮਿਸਟੇਕ ਨਹੀਂ ਹੁੰਦੀ, ਤੁਹਾਡੀ ਮਿਸਟੇਕ ਸਿਰਫ ਆਹ ਹੁੰਦੀ ਹੈ ਬੱਚੋ, ਇੱਥੋਂ ਵਾਲੀ ਮਿਸਟੇਕ ਹੁੰਦੀ ਹੈ ਕੱਲੀ ਵਰ। ਵਰ ਨॉट, ਨॉट ਵਰ ਨਹੀਂ ਲਾਉਣਾ, ਕੱਲਾ ਵਰ ਨॉट ਲੱਗੇਗਾ। ਨੈਕਸਟ ਬੱਚੋ ਹੁਣ ਇੰਟੈਰੋਗੇਟਿਵ ਸੈਂਟੈਂਸ ਆ ਗਿਆ। ਡਿਡ ਰਾਧਾ ਵਿਨ ਆ ਪ੍ਰਾਈਜ਼, ਇੱਥੇ ਹੈਲਪਿੰਗ ਵਰਬ ਨਾਲ ਸ਼ੁਰੂ ਹੋਇਆ, ਇੱਕ ਤਰ੍ਹਾਂ ਦਾ ਇਹ ਡਿਡ ਨਾਲ ਸ਼ੁਰੂ ਹੋਇਆ। ਇੱਥੋਂ ਡਿਡ ਲੱਗਣ ਕਰਕੇ ਪਤਾ ਲੱਗ ਗਿਆ ਕਿ ਇਹ ਪਾਸਟ ਇੰਡੈਫੀਨਿਟ ਹੈਗਾ, ਇਹ ਗੱਲ ਕਲੀਅਰ ਹੋ ਗਈ। ਹੁਣ ਅਸੀਂ ਇਸ ਨੂੰ ਬਣਾਉਂਦੇ ਹਾਂ। ਇਹਦੇ ਵਿੱਚ ਵਰਬ ਦੀ ਫਸਟ ਫਾਰਮ ਹੈ ਵਿਨ, ਇਟ ਮੀਨਸ ਇਹ ਐਕਟਿਵ ਹੈ, ਪੈਸਿਵ ਬਣਾਉਣਾ ਹੈ, ਉੱਥੇ ਉਹ ਗੱਲ ਲਾਗੂ ਹੋ ਗਈ। ਨੈਕਸਟ ਸਾਡੇ ਕੋਲੇ ਟੈਂਸ ਇਸ ਦਾ ਪਾਸਟ ਇੰਡੈਫੀਨਿਟ ਹੈ, ਇਟ ਮੀਨਸ ਹੈਲਪਿੰਗ ਵਰਬ ਬਾਜ਼ਵਰ ਲੱਗੇਗਾ। ਤੇ ਇਸ ਦੇ ਵਿੱਚ ਬੱਚੋ ਰਾਧਾ ਸਬਜੈਕਟ ਹੈ, ਆ ਵਰਬ ਹੈ ਸਾਡੇ ਕੋਲੇ, ਆ ਪ੍ਰਾਈਜ਼ ਸਾਡੇ ਕੋਲੇ ਆਬਜੈਕਟ ਹੈ। ਤਾਂ ਇਹਦੇ ਵਿੱਚ ਹੁਣ ਆ ਪ੍ਰਾਈਸ ਦੇ ਅਕੋਰਡਿੰਗ ਲੱਗੇਗਾ, ਉਹ ਸਿੰਗੂਲਰ ਹੈ, ਇਸ ਕਰਕੇ ਉਹ ਕੀ ਲੱਗੇਗਾ? ਬਾਸ। ਬਾਸ ਪਹਿਲਾਂ ਕਿਉਂ ਲੱਗਿਆ? ਬੱਚੇ ਮਿਸਟੇਕ ਇਹ ਕਰਦੇ ਹਨ ਕਿ ਇਸ ਨੂੰ ਇੰਟੈਰੋਗੇਟਿਵ ਨੂੰ ਅਸੈਰਟਿਵ ਵਿੱਚ ਬਦਲ ਦਿੰਦੇ ਨਾ, ਅਫਰਮੇਟਿਵ ਵਿੱਚ ਬਦਲ ਦਿੰਦੇ ਨੇ, ਉਹ ਮਿਸਟੇਕ ਹੋ ਜਾਂਦੀ ਹੈ। ਤਾਂ ਹੈਲਪਿੰਗ ਵਰਬ ਪਹਿਲਾਂ ਲੱਗੇਗੀ, ਬਾਸ ਆ ਪ੍ਰਾਈਸ। ਥਰਡ ਫਾਰਮ ਬੱਚੋ ਵਨ ਬਾਏ, ਇਹਨੂੰ ਬਹੁਤ ਸਾਰੇ ਬੱਚੇ ਵੌਨ ਕਹਿੰਦੇ ਨੇ ਪ੍ਰੋਨਾਂਸੀਏਸ਼ਨ ਦੇ ਵਿੱਚ, ਕੋਈ ਗੱਲ ਨਹੀਂ, ਸਪੈਲਿੰਗ ਤੁਹਾਡੇ ਯਾਦ ਹੋਣੇ ਚਾਹੀਦੇ ਨੇ। ਵਨ ਬਾਏ ਰਾਧਾ, ਉਹੀ ਰਾਧਾ ਜੋ ਉੱਥੇ ਐਕਟਿਵ ਸੀ, ਇੱਥੇ ਆ ਕੇ ਪੈਸਿਵ ਬਣ ਗਈ, ਇਸ ਕਰਕੇ ਪੈਸਿਵ ਵੌਇਸ ਬਣ ਗਿਆ। ਹੁਣ ਮੈਂ ਤੁਹਾਡੇ ਲਈ ਇੱਕ ਜਿਹੜਾ ਸੈਂਟੈਂਸ ਹੈ ਉਹ ਬੱਚੋ ਡਬਲਯੂ ਫੈਮਿਲੀ ਦਾ ਲਿੱਤਾ ਹੈ, ਕਿਉਂਕਿ ਡਬਲਯੂ ਫੈਮਿਲੀ ਵਾਲੇ ਸੈਂਟੈਂਸਸ ਦੇ ਵਿੱਚ ਆਮ ਤੌਰ ਤੇ ਬੱਚਿਆਂ ਦੀ ਮਿਸਟੇਕ ਹੁੰਦੀ ਹੀ ਹੁੰਦੀ ਹੈ। ਇੱਕ ਗੱਲ ਧਿਆਨ ਰੱਖਣੀ ਹੈ, ਇਹ ਫੰਡਾਮੈਂਟਲ ਯਾਦ ਰੱਖਣਾ ਹੈ ਕਿ ਜਦੋਂ ਵੀ ਤੁਸੀਂ ਐਕਟਿਵ ਪੈਸਿਵ ਬਣਾਉਂਦੇ ਹੋ, ਡਬਲਯੂ ਫੈਮਿਲੀ ਵਾਲਾ ਵਰਡ ਹਮੇਸ਼ਾ ਅੱਗੇ ਲੱਗੇਗਾ, ਐਕਸੈਪਟ ਹੂ ਨਾ ਹੋਵੇ ਉੱਥੇ। ਅਗਰ ਹੂ ਹੈ ਤਾਂ ਅਸੀਂ ਉਸ ਨੂੰ ਬਾਈ ਹੂਮ ਵਿੱਚ ਕਨਵਰਟ ਕਰਦੇ ਹਾਂ, ਅਦਰਵਾਈਜ਼ ਜਿੰਨੇ ਵੀ ਹੈਲਪਿੰਗ ਵਰਬ ਦੇ ਵਰਡ ਨੇ ਉਹ ਸਾਰੇ ਅੱਗੇ ਲੱਗਣਗੇ। ਹੁਣ ਅਸੀਂ ਨੇ ਇਸ ਨੂੰ ਇੰਟੈਰੋਗੇਟਿਵ ਰੱਖਣਾ, ਇਸ ਕਰਕੇ ਸਭ ਤੋਂ ਪਹਿਲਾਂ ਹੈਲਪਿੰਗ ਵਰਬ ਲਾਉਣੀ ਹੈ, ਧਿਆਨ ਰੱਖਣਾ ਹੈ।
ਬੱਚੇ ਦੀ ਗਲਤੀ ਕੀ ਹੁੰਦੀ ਕਿ ਉਹ ਵਾਈ ਲਾ ਕੇ ਡਬਲਯੂ ਫੈਮਿਲੀ ਦਾ ਵਰਡ ਲਾ ਕੇ ਉਸ ਨੂੰ ਮੰਨ ਲੈਂਦੇ ਨੇ ਵੀ ਇਹ ਆਟੋਮੈਟਿਕਲੀ ਇੰਟਰੋਗੇਟਿਵ ਬਣ ਗਿਆ, ਸਬਜੈਕਟ ਤੋਂ ਸਟਾਰਟ ਕਰ ਲੈਂਦੇ ਨੇ, ਜਿਹਦੇ ਕਾਰਨ ਸਾਡਾ ਸੈਂਟੈਂਸ ਜਿਹੜਾ ਹੈਗਾ ਟੋਟਲੀ ਗਲਤ ਹੋ ਜਾਂਦਾ ਹੈ। ਸੋ ਇਸ ਕਰਕੇ ਇਸ ਗੱਲ ਦਾ ਧਿਆਨ ਰੱਖਣਾ ਹੈ। ਹੁਣ ਬੱਚੋ ਡਿਡ ਲੱਗਿਆ, ਇਸ ਦੇ ਵਿੱਚ ਅਬਿਊਜ਼ ਫਸਟ ਫਾਰਮ ਹੈ, ਇਹਦੇ ਵਿੱਚ ਸਬਜੈਕਟ ਸਾਡੇ ਕੋਲੇ ਯੂ ਹੈ, ਆਬਜੈਕਟ ਸਾਡੇ ਕੋਲੇ ਮੀ ਹੈ, ਆ ਸਾਡੇ ਕੋਲੇ ਵਰਬ ਦੀ ਫਾਰਮ ਹੈ। ਹੁਣ ਸਾਡੇ ਕੋਲੇ ਮੀ ਹੈ, ਅੱਗੇ ਆਏਗਾ ਮੀ ਦੇ ਨਾਲ ਕੀ ਲੱਗਦਾ ਹੈ, ਬਾਜ਼ ਵਰਬ ਸਿੰਗੂਲਰ ਹੈ, ਬਾਜ਼ ਲੱਗੇਗਾ। ਸੋ ਇਸ ਕਰਕੇ ਵਾਈ ਪਹਿਲਾਂ ਕੀ ਲੱਗੇਗਾ, ਹੈਲਪਿੰਗ ਵਰਬ, ਧਿਆਨ ਰੱਖਣੀ ਗੱਲ ਇਹ, ਪਹਿਲਾਂ ਆਈ ਨਹੀਂ ਲੱਗੇਗਾ, ਵਾਈ ਬਾਜ਼ ਆਈ, ਉਸ ਤੋਂ ਬਾਅਦ ਕੀ ਲੱਗੇਗਾ, ਵਰਬ ਦੀ ਥਰਡ ਫਾਰਮ ਅਬਿਊਜ਼ਡ, ਕੀ ਲੱਗੇਗਾ ਵੀ ਅਬਿਊਜ਼ਡ। ਹੁਣ ਬੱਚੋ ਬਾय ਯੂ, ਅਗੇਨ ਲਿਸਨ ਅਬਾਊਟ ਦਿਸ, ਇੱਕ ਤਾਂ ਲਾਸਟ ਦੇ ਉੱਤੇ ਇੰਟਰੋਗੇਸ਼ਨ ਦਾ ਸਾਈਨ ਪਾਉਣਾ ਨਹੀਂ ਭੁੱਲਣਾ ਦੋਨਾਂ ਦੇ ਵਿੱਚ। ਨੰਬਰ 2 ਤੇ ਆਹ ਗੱਲ ਧਿਆਨ ਰੱਖਣੀ ਹੈ ਜਿਹੜੀ ਮਿਸਟੇਕ ਹੁੰਦੀ ਹੈ ਕਿ ਵੀ ਡਬਲਯੂ ਫੈਮਿਲੀ ਵਾਲਾ ਜਿਹੜਾ ਵਰਡ ਹੈ ਉਹ ਹਰ ਹਾਲਤ ਦੇ ਵਿੱਚ ਅੱਗੇ ਹੀ ਰਹਿਣਾ ਹੈ। ਤੇ ਇੱਕ ਜਿਹੜੀ ਹੋਰ ਤੁਹਾਡੀ ਮਿਸਟੇਕ ਹੁੰਦੀ ਹੈ, ਤੁਸੀਂ ਇਸੇ ਨਾਲ ਹੀ ਇਕੱਲਾ ਤੁਹਾਡਾ ਇੰਟਰੋਗੇਟਿਵ ਨਹੀਂ ਬਣਦਾ, ਉਸ ਤੋਂ ਬਾਅਦ ਤੁਸੀਂ ਨੇ ਹੈਲਪਿੰਗ ਵਰਬ ਤੋਂ ਜੇਕਰ ਸਟਾਰਟ ਕਰੋਗੇ ਤਾਂ ਤੁਹਾਡਾ ਇੰਟਰੋਗੇਟਿਵ ਸੈਂਟੈਂਸ ਇਹ ਬਣੇਗਾ। ਇਹ ਸਾਡੇ ਕੋਲੇ ਕਾਫੀ ਹੱਦ ਤੱਕ ਮੈਂ ਦੇਖਿਆਗਾ ਵੀ ਤੁਹਾਨੂੰ ਸਮਝ ਆ ਗਈ ਹੋਏਗੀ। ਹੋਰ ਵੀ ਅਸੀਂ ਸੋ ਮੈਨੀ ਐਗਜ਼ਾਮਪਲਸ ਲੈ ਕੇ ਅਸੀਂ ਕਰ ਸਕਦੇ ਹਾਂ। ਜਦੋਂ ਅਸੀਂ ਮਿਸਲੇਨੀਅਸ ਐਗਜ਼ਾਮਪਲਸ ਲੈ ਕੇ ਕਰਾਂਗੇ ਉਸ ਵਿੱਚ ਅਸੀਂ ਥੋੜੀ ਜਿਹੀ ਟਫ ਐਗਜ਼ਾਮਪਲਸ ਲੈ ਕੇ ਕਰਾਂਗੇ। ਅੱਜ ਦਾ ਦਿਨ ਮੇਰੇ ਖਿਆਲ ਤੁਹਾਡੇ ਲਈ ਇੰਨਾ ਇਹ ਸਫੀਸ਼ੀਐਂਟ ਹੈ। ਇਸ ਦੇ ਨਾਲ ਤੁਹਾਨੂੰ ਸਾਰੀ ਗੱਲ ਚੰਗੀ ਤਰ੍ਹਾਂ ਸਮਝ ਆ ਗਈ ਹੋਣੀ ਹੈਗੀ। ਮੈਂ ਇੱਕ ਵਾਰੀ ਫਿਰ ਦੱਸ ਦਿੰਦਾ ਹਾਂ ਕਿ ਇਸ ਦੇ ਵਿੱਚ ਪਾਸਟ ਇੰਡੈਫੀਨਿਟ ਟੈਂਸ, ਇਹਦੇ ਵਿੱਚ ਰੂਲ ਕੀ ਹੈਗਾ, ਪਹਿਲਾਂ ਤਾਂ ਪਹਿਚਾਣ ਕੀ ਹੁੰਦੇ, ਲੱਗਦਾ ਕੀ ਹੈ, ਨੋ ਹੈਲਪਿੰਗ ਵਰਬ ਤੇ ਵਰਬ ਦੀ ਸੈਕੰਡ ਫਾਰਮ, ਤੇ ਜਦੋਂ ਅਸੀਂ ਚੇਂਜ ਦਾ ਵੌਇਸ ਕਰਦੇ ਹਾਂ ਉਸ ਸਮੇਂ ਅਸੀਂ ਹੈਲਪਿੰਗ ਵਰਬ ਬਾਜ਼ ਬਾਰ ਲਾਉਂਦੇ ਹਾਂ। ਤੇ ਚਾਰੋਂ ਸਟੈਪ ਅਸੀਂ ਨੇ ਉਹੀ ਕਰਨੇ ਨੇ ਕਿ ਐਕਟਿਵ ਪੈਸਿਵ ਦੀ ਪਹਿਲਾਂ ਆਇਡੈਂਟੀਫਿਕੇਸ਼ਨ ਕਰਕੇ ਉਸ ਤੋਂ ਬਾਅਦ ਅਸੀਂ ਨੇ ਚੱਲਣਾ ਹੈ। ਪਹਿਲੇ ਸੈਂਟੈਂਸ ਦੀ ਮੈਂ ਤੁਹਾਡੇ ਕੋਲ ਗੱਲ ਕਰਕੇ ਜਾਂ ਲਾਸਟ ਦੀ ਕਰਦਾ ਹਾਂ ਕਿਉਂਕਿ ਲਾਸਟ ਸੈਂਟੈਂਸ ਸਾਡੇ ਕੋਲ ਡਿਫਿਕਲਟ ਹੈਗਾ। ਵਾਈ ਡਿਡ ਯੂ ਅਬਿਊਜ਼ ਮੀ, ਇਸ ਦੇ ਵਿੱਚ ਵਾਈ ਅੱਗੇ ਹੀ ਰਹੇਗਾ ਕਿਉਂਕਿ ਡਬਲਯੂ ਫੈਮਿਲੀ ਦਾ ਵਰਡ ਹੈ, ਇਸ ਕਰਕੇ ਉਸ ਤੋਂ ਬਾਅਦ ਇਹ ਇੰਟਰੋਗੇਟਿਵ ਹੈ ਤਾਂ ਇੰਟਰੋਗੇਟਿਵ ਮੀਨਸ ਹੈਲਪਿੰਗ ਵਰਬ ਨਾਲ ਸਟਾਰਟ ਹੋਏਗਾ। ਇੱਥੇ ਆਈ ਸੀ, ਮੀ ਦਾ ਕੀ ਬਣ ਗਿਆ ਆਈ, ਆਈ ਕਿਹੜਾ ਸਬਜੈਕਟ ਹੈ, ਸਿੰਗੂਲਰ ਹੈ ਕਿ ਪਲੂਰਲ ਹੈ, ਸਿੰਗੂਲਰ, ਇਸ ਕਰਕੇ ਕੀ ਲੱਗ ਗਿਆ ਬਾਜ਼ ਆਈ। ਉਸ ਤੋਂ ਬਾਅਦ ਵਰਬ ਦੀ ਥਰਡ ਫਾਰਮ ਹੈ ਅਬਿਊਜ਼ਡ, ਫਿਰ ਕੀ ਹੈ ਬੱਚੋ ਬਾਏ, ਬਾਏ ਤੋਂ ਬਾਅਦ ਕੀ ਲੱਗੂਗਾ ਸਾਡੇ ਕੋਲੇ ਯੂ, ਯੂ ਕੀ ਸੀ ਸਾਡੇ ਕੋਲੇ ਆਬਜੈਕਟ। ਤਾਂ ਅੱਜ ਦਾ ਮੈਂ ਉਮੀਦ ਕਰੂੰਗਾ ਕਿ ਤੁਸੀਂ ਇੱਕ ਤਾਂ ਇਹਨਾਂ ਸਾਰਿਆਂ ਦੀਆਂ ਐਗਜ਼ਾਮਪਲਸ ਨੂੰ ਘਰ ਜਾ ਕੇ ਲਿਖ ਕੇ ਦੇਖਣਾ ਹੈ ਚੰਗੀ ਤਰ੍ਹਾਂ, ਆਪੋ ਆਪਣੀਆਂ ਨੋਟਬੁੱਕਸ ਦੇ ਉੱਤੇ ਚੰਗੀ ਤਰ੍ਹਾਂ। ਜਿੱਥੇ ਕਿਤੇ ਤੁਹਾਨੂੰ ਕੋਈ ਦਿੱਕਤ ਆਏਗੀ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਉਹ ਤੁਹਾਡੀ ਜਿਹੜੀ ਪ੍ਰੋਬਲਮ ਹੈ ਉਹ ਪੁੱਛ ਸਕਦੇ ਹੋ, ਕਰ ਸਕਦੇ ਹੋ, ਤਾਂ ਤੁਹਾਨੂੰ ਉਹ ਦੱਸਿਆ ਜਾ ਸਕਦਾ ਹੈ ਨੋਟਬੁੱਕਸ ਦੇ ਉੱਤੇ। ਆਪਾਂ ਅਗਲਾ ਜਿਹੜਾ ਟੌਪਿਕ ਕਰਾਂਗੇ ਉਹ ਆਪਾਂ ਨੈਕਸਟ ਕਰਾਂਗੇ ਹੁਣ ਪਾਸਟ ਇੰਡੈਫੀਨਿਟ ਤੋਂ ਬਾਅਦ ਫਿਊਚਰ ਇੰਡੈਫੀਨਿਟ। ਫਿਊਚਰ ਇੰਡੈਫੀਨਿਟ ਆਪਾਂ ਅਗਲੇ 'ਚ ਕਰਦੇ ਹਾਂ। ਸੋ ਅੱਜ ਦੇ ਲਈ ਇੰਨਾ ਹੀ। ਸੋ ਮਚ ਥੈਂਕਸ।